हाँ जी स्टूडेंट्स, ਹੁਣ ਆਪਾਂ ਪੜਾਂਗੇ ਇੰਪੋਰਟੈਂਸ ਆਫ ਮਾਈਕਰੋ ਇਕਨੋਮਿਕਸ और यूजेस of microeconomics. The microeconomics is highly important in economics for both the theoretical as well as the practical aspect. ਜਿਹੜਾ ਮਾਈਕਰੋ ਇਕਨੋਮਿਕਸ ਆ ਉਹ ਸਾਡੇ ਦੋਨਾਂ ਦੇ ਲਈ ਇੰਪੋਰਟੈਂਟ ਆ, ਚਾਹੇ ਉਹ ਥਿਓਰੈਟੀਕਲ ਐਸਪੈਕਟ ਹੋਵੇ ਚਾਹੇ ਉਹ ਪ੍ਰੈਕਟੀਕਲ ਐਸਪੈਕਟ ਹੋਵੇ. From the theoretical viewpoint, microeconomics explain the working of the capitalistic economy and helps in the determination of equilibrium for the individual units. ਥਿਓਰੈਟੀਕਲ ਪੁਆਇੰਟ ਆਫ ਵਿਊ ਦੇ ਨਾਲ ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਡੀ ਐਕਸਪਲੇਨ ਕਰਦੀ ਆ ਵਰਕਿੰਗ ਕੰਡੀਸ਼ਨ ਤੇ ਇੰਡੀਵਿਜੂਅਲ ਯੂਨਿਟਸ ਨੂੰ ਡਿਟਰਮਿਨ ਕਰਨ ਦੇ ਵਿੱਚ ਹੈਲਪ ਕਰਦੀ ਆ. ਫੋਰ ਦਾ ਪ੍ਰੈਕਟੀਕਲ ਪੁਆਇੰਟ ਆਫ ਵਿਊ ਦੇ ਨਾਲ ਕੀ ਆ ਰਿਹਾ ਵਾ, ਇਟ ਹੈਲਪਸ ਇਨ ਦਾ ਪਾਲਿਸੀ ਫਾਰਮੇਸ਼ਨ. ਪ੍ਰੈਕਟੀਕਲ ਪੁਆਇੰਟ ਆਫ ਵਿਊ ਨਾਲ ਆਉਂਦਾ ਕਿ ਜਿਹੜੀ ਅਸੀਂ ਪਾਲਿਸੀਜ਼ ਬਣਾਉਂਦੇ ਹਾਂ, ਰੂਲ ਪਾਲਿਸੀ ਦੇ ਵਿੱਚ ਆਉਂਦੇ ਰੂਲਸ ਰੈਗੂਲੇਸ਼ਨਸ ਨਿਯਮ ਹੁੰਦੇ ਨੇ ਜਿਹੜੇ ਉਹ ਬਣਾਉਣ ਦੇ ਵਿੱਚ ਸਾਡੀ ਹੈਲਪ ਕਰਦੀ ਆ. The importance of the microeconomics become clear from the following point of view. ਹੁਣ ਮਾਈਕਰੋਇਕਨੋਮਿਕਸ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਨੇ ਉਹ ਸਾਨੂੰ ਨੀਚੇ ਦਿੱਤੇ ਹੋਏ ਨੇ, ਜਿੰਨਾ ਸਾਨੂੰ ਹੋਰ ਕਲੀਅਰ ਹੋ ਜਾਊਗਾ ਕਿ ਮਾਈਕਰੋਇਕਨੋਮਿਕਸ ਸਾਡੇ ਲਈ ਕਿਉਂ ਇੰਪੋਰਟੈਂਟ ਹੈ. ਫਸਟ ਆ ਰਿਹਾ ਵਾ ਨੌਲੇਜ ਅਬਾਊਟ ਦਾ ਫੰਕਸ਼ਨਿੰਗ ਆਫ ਦਾ ਫ੍ਰੀ ਮਾਰਕੀਟ ਇਕੋਨਮੀ. The microeconomics explain the working of a free market economy. ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਨੂੰ ਨੌਲੇਜ ਪ੍ਰੋਵਾਈਡ ਕਰਦੀ ਹੈ ਕਿ ਕਿਵੇਂ ਫ੍ਰੀ ਮਾਰਕੀਟ ਇਕੋਨਮੀ ਦੇ ਵਿੱਚ ਅਸੀਂ ਕੰਮ ਕਰ ਸਕਦੇ ਹਾਂ. ਇਟ ਹੈਲਪਸ ਟੂ ਐਨਾਲਾਈਜ਼ ਹਾਊ ਪ੍ਰੋਡਕਸ਼ਨ, ਕੰਜ਼ੰਪਸ਼ਨ ਐਂਡ ਦਾ ਡਿਸਟਰੀਬਿਊਸ਼ਨ ਟੇਕ ਪਲੇਸ ਇਨ ਦਾ ਫ੍ਰੀ ਮਾਰਕੀਟ ਇਕੋਨਮੀ. ਮਾਈਕਰੋ ਇਕਨੋਮਿਕਸ ਸਾਡੀ ਹੈਲਪ ਕਰਦੀ ਆ ਕਿ ਕਿਵੇਂ ਅਸੀਂ ਗੁਡਸ ਨੂੰ ਪ੍ਰੋਡਿਊਸ ਕਰ ਸਕਦੇ ਹਾਂ, ਕਿਵੇਂ ਅਸੀਂ ਕੰਜ਼ਿਊਮ ਕਰ ਸਕਦੇ ਹਾਂ ਤੇ ਕਿੱਦਾਂ ਅਸੀਂ ਮਾਰਕੀਟ ਦੇ ਵਿੱਚ ਜਾ ਕੇ ਉਹਨਾਂ ਗੁਡਸ ਨੂੰ ਡਿਸਟਰੀਬਿਊਟ ਕਰ ਸਕਦੇ ਹਾਂ. ਇਟ ਆਲਸੋ ਪ੍ਰੋਵਾਈਡ ਨੌਲੇਜ ਅਬਾਊਟ ਦਾ ਐਲੋਕੇਸ਼ਨ ਆਫ ਦਾ ਰਿਸੋਰਸਿਸ. ਤੇ ਇਹਦੇ ਤੋਂ ਇਲਾਵਾ ਸਾਨੂੰ ਨੌਲੇਜ ਪ੍ਰੋਵਾਈਡ ਕਰਦੀ ਹੈ ਕਿ ਕਿਹੜੇ ਕਿਹੜੇ ਰਿਸੋਰਸਿਸ ਆ ਜਿਹਦੀ ਹੈਲਪ ਦੇ ਨਾਲ ਅਸੀਂ ਮਾਰਕੀਟ ਦੇ ਵਿੱਚ ਜਾ ਕੇ ਫਰੀडमਲੀ ਵਰਕ ਕਰ ਸਕਦੇ ਹਾਂ. ਐਂਡ ਦੇਅਰ ਪ੍ਰਾਈਸਿੰਗ ਇਨ ਅ ਫ੍ਰੀ ਮਾਰਕੀਟ ਇਕੋਨਮੀ ਤੇ ਹੈਲਪ ਕਰਦੀ ਆ ਫ੍ਰੀ ਮਾਰਕੀਟ ਇਕੋਨਮੀ ਦੇ ਵਿੱਚ ਪ੍ਰਾਈਸ ਨੂੰ ਫਿਕਸ ਕਰਨ ਦੇ ਲਈ. Hence the microeconomics provide the knowledge about the functioning of the free market economy. ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਨੂੰ ਨੌਲੇਜ ਪ੍ਰੋਵਾਈਡ ਕਰਦੀ ਹੈ ਕਿ ਕਿਵੇਂ ਅਸੀਂ ਫ੍ਰੀ ਮਾਰਕੀਟ ਇਕੋਨਮੀ ਦੇ ਵਿੱਚ ਜਾ ਕੇ ਫੰਕਸ਼ਨ ਯਾਨੀ ਕੰਮ ਕਰ ਸਕਦੇ ਹਾਂ. ਨੈਕਸਟ ਆਉਂਦਾ ਵਾ ਐਕਸਪਲੇਨੇਸ਼ਨ ਆਫ ਦਾ ਕੰਡੀਸ਼ਨ ਆਫ ਦਾ ਇਕਨੋਮਿਕ ਐਫੀਸ਼ੀਐਂਸੀ. ਇਕਨੋਮਿਕ ਐਫੀਸ਼ੀਐਂਸੀ ਰੈਫਰ ਐਫੀਸ਼ੀਐਂਸੀ ਇਨ ਦਾ ਪ੍ਰੋਡਕਸ਼ਨ ਐਂਡ ਦਾ ਕੰਜ਼ੰਪਸ਼ਨ. ਹੁਣ ਜਿਹੜੀ ਸਾਡੀ ਐਫੀਸ਼ੀਐਂਸੀ ਆ ਉਹ ਇਕੋਨਮੀ ਦੇ ਵਿੱਚ ਇਕਨੋਮਿਕ ਦੇ ਵਿੱਚ ਕਿਵੇਂ ਰੈਫਰ ਕੀਤੀ ਜਾਂਦੀ ਹੈ, ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ, ਸਾਡੀ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ ਦੇ ਬੇਸ ਤੇ ਕੈਲਕੂਲੇਟ ਕੀਤੀ ਜਾਂਦੀ ਹੈ. ਐਫੀਸ਼ੀਐਂਸੀ ਇਨ ਦਾ ਪ੍ਰੋਡਕਸ਼ਨ ਐਂਡ ਦਾ ਕੰਜ਼ੰਪਸ਼ਨ ਇਜ਼ ਅਚੀਵਿੰਗ ਵੈਨ ਪ੍ਰੋਫਿਟ ਆਫ ਦਾ ਪ੍ਰੋਡਿਊਸਰ ਐਂਡ ਦਾ ਸੈਟਿਸਫੈਕਸ਼ਨ ਆਫ ਦਾ ਕੰਜ਼ਿਊਮਰ ਆਰ ਮੈਕਸੀਮਮ. ਹੁਣ ਅਗਰ ਅਸੀਂ ਆਪਣੀ ਐਫੀਸ਼ੀਐਂਸੀ ਨੂੰ ਕੈਲਕੂਲੇਟ ਕਰਨਾ ਵਾ ਜਾਂ ਅਸੀਂ ਐਫੀਸ਼ੀਐਂਸੀ ਨੂੰ ਦੇਖਣਾ ਵੀ ਅਸੀਂ ਅਚੀਵ ਕਰ ਚੁੱਕੇ ਹਾਂ ਤਾਂ ਅਸੀਂ ਕਿਵੇਂ ਦੇਖਾਂਗੇ. ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਸਾਡਾ ਪ੍ਰੋਡਿਊਸਰ ਹੁੰਦਾ ਵਾ, ਜਿਹੜਾ ਗੁੱਡਸ ਪ੍ਰੋਡਿਊਸ ਕਰਦਾ ਵਾ, ਉਹਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਇਆ ਤੇ ਜਿਹੜੇ ਸਾਡੇ ਕੰਜ਼ਿਊਮਰ ਨੇ, ਗਾਹਕ ਨੇ, ਉਹ ਆਪਣੀ ਗੁੱਡਸ ਨਾਲ ਵੱਧ ਤੋਂ ਵੱਧ ਸੈਟਿਸਫਾਈ ਨੇ ਤਾਂ ਅਸੀਂ ਆਪਣੀ ਐਫੀਸ਼ੀਐਂਸੀ ਨੂੰ ਅਚੀਵ ਕਰ ਸਕਦੇ ਹਾਂ. In the microeconomics provide the knowledge about the economic efficiency and help to achieve it. ਇਸ ਲਈ ਮਾਈਕਰੋ ਇਕਨੋਮਿਕਸ ਆ ਸਾਨੂੰ ਨੌਲੇਜ ਪ੍ਰੋਵਾਈਡ ਕਰਦਾ ਵਾ ਕਿ ਅਸੀਂ ਐਫੀਸ਼ੀਐਂਸੀ ਨੂੰ ਕਿਵੇਂ ਐਫੀਸ਼ੀਐਂਸੀ ਕਿਵੇਂ ਪ੍ਰੋਵਾਈਡ ਕਰਨੀ ਆ, ਪਲੱਸ ਅਸੀਂ ਉਸ ਐਫੀਸ਼ੀਐਂਸੀ ਨੂੰ ਕਿਵੇਂ ਅਚੀਵ ਕਰਨਾ ਵਾ. Hence the microeconomics play a very important role in achieving the economic efficiency. ਇਸ ਲਈ ਮਾਈਕਰੋ ਇਕਨੋਮਿਕਸ ਆ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਐਫੀਸ਼ੀਐਂਸੀ ਨੂੰ ਅਚੀਵ ਕਰਨ ਦੇ ਲਈ. ਨੈਕਸਟ ਪੁਆਇੰਟ ਆ helpful in the promotion of the human welfare. The theories and the law related to the promotion of human welfare are studied in the welfare economics, which are part of the microeconomics. It also provides the knowledge about the various factors influencing the human welfare. ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਨੂੰ ਬਹੁਤ ਸਾਰੀ ਥਿਊਰੀਜ਼ ਤੇ ਲਾਜ਼ ਦੇ ਰਿਲੇਟਡ ਨੌਲੇਜ ਪ੍ਰੋਵਾਈਡ ਕਰਦੀ ਹੈ ਜਿਹਦੇ ਨਾਲ ਸਾਡੇ ਜਿਹੜੇ ਹਿਊਮਨ ਵੈਲਫੇਅਰਸ ਨੇ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਸਕਦੇ ਹਾਂ. ਜਿਹੜੇ ਸਾਡੇ ਇਨਸਾਨ ਨੇ, ਮਨੁੱਖ ਵਾ, ਉਹਨਾਂ ਦੇ ਵਿੱਚ ਅਸੀਂ ਕਿਵੇਂ ਪ੍ਰਮੋਸ਼ਨ ਕਰ ਸਕਦੇ ਹਾਂ, ਉਹਨਾਂ ਦੇ ਵਿੱਚ ਅਸੀਂ ਕਿਵੇਂ ਡਿਵੈਲਪਮੈਂਟ ਕਰ ਸਕਦੇ ਹਾਂ. ਤਾਂ ਮਾਈਕਰੋ ਇਕਨੋਮਿਕਸ ਸਾਨੂੰ ਉਹਨਾਂ ਰਿਲੇਟਡ ਥਿਊਰੀਜ਼ ਤੇ ਲਾਜ਼ ਪ੍ਰੋਵਾਈਡ ਕਰਦੀ ਆ. ਇਟ ਆਲਸੋ ਪ੍ਰੋਵਾਈਡ ਦਾ ਨੌਲੇਜ ਅਬਾਊਟ ਦਾ ਵੇਰੀਅਸ ਫੈਕਟਰ ਇਨਫਲੂਐਂਸਿੰਗ ਦਾ ਹਿਊਮਨ ਬਿਹੇਵੀਅਰ. ਇਸ ਲਈ ਸਾਨੂੰ ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਨੌਲੇਜ ਪ੍ਰੋਵਾਈਡ ਕਰਦੀ ਹੈ ਕਿ ਕਿਹੜੇ ਕਿਹੜੇ ਫੈਕਟਰਸ ਨੇ ਜਿਹੜੇ ਹਿਊਮਨ ਬਿਹੇਵੀਅਰ ਨੂੰ ਇਫੈਕਟ ਕਰਦੇ ਨੇ. ਇਸ ਲਈ the study of the welfare economics help to promote the human welfare in the society. ਇਸ ਲਈ ਮਾਈਕਰੋ ਇਕਨੋਮਿਕਸ ਸਾਨੂੰ ਜਿਹੜੀ ਆ ਹੈਲਪ ਕਰਦੀ ਆ ਕਿ ਕਿਵੇਂ ਅਸੀਂ ਹਿਊਮਨ ਵੈਲਫੇਅਰ ਨੂੰ ਯਾਨੀ ਮਨੁੱਖ ਨੂੰ ਪ੍ਰਮੋਟ ਕਰ ਸਕਦੇ ਹਾਂ ਸੁਸਾਇਟੀ ਦੇ ਵਿੱਚ.
ਯਾਨੀ ਉਹਨਾਂ ਦੀ ਕਿਵੇਂ ਡਿਵੈਲਪਮੈਂਟ ਹੋ ਸਕਦੀ ਆ ਤਾਂ ਜੋ ਉਹ ਜਿਹੜੇ ਸਮਾਜ ਦੇ ਵਿੱਚ ਉਹ ਵਿਚਰ ਸਕਣ। ਨੈਕਸਟ ਆ ਹੈਲਪਫੁਲ ਟੂ ਮੈਕਰੋ ਇਕਨੋਮਿਕਸ। ਦਾ ਮੈਕਰੋ ਇਕਨੋਮਿਕਸ ਇਜ਼ ਦੈਟ ਬ੍ਰਾਂਚ ਆਫ ਦਾ ਇਕਨੋਮਿਕਸ। ਇਹ ਤਾਂ ਅਸੀਂ ਸਟਾਰਟਿੰਗ ਦੇ ਵਿੱਚ ਹੀ ਪੜ੍ਹਿਆ ਵਾ ਕਿ ਮਾਈਕਰੋ ਤੇ ਮੈਕਰੋ ਦੋਨੇ ਕੀ ਆ, ਇਕਨੋਮਿਕਸ ਦੀਆਂ ਬ੍ਰਾਂਚਿਸ ਨੇ, ਵਿਚ ਇਜ਼ ਦਾ ਸਟੱਡੀ ਆਫ ਦਾ ਐਗਰੀਗੇਟ ਰਿਲੇਟ ਟੂ ਦਾ ਹੋਲ ਆਫ ਦਾ ਇਕੋਨਮੀ। ਜਿਹੜੀ ਮੈਕਰੋ ਇਕਨੋਮਿਕਸ ਆ ਉਹ ਸਟੱਡੀ ਕਰਦੀ ਹੈ ਐਗਰੀਗੇਟ ਦੀ, ਹੋਲ ਆਫ ਦਾ ਇਕੋਨਮੀ ਦੀ ਸਟੱਡੀ ਕਰਦੀ ਹੈ, ਲਾਈਕ ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ, ਨੈਸ਼ਨਲ ਇਨਕਮ ਐਸੈਕਟਰਾ। but the composition of the aggregate demand depend upon the individual units। but ਜਿਹੜੀ ਇਹ ਐਗਰੀਗੇਟ ਆ, ਅਗਰ ਅਸੀਂ ਗਰੁੱਪ ਨੂੰ ਕੈਲਕੂਲੇਟ ਕਰਦੇ ਹਾਂ, ਠੀਕ ਆ, ਗਰੁੱਪ ਦੀ ਕੈਲਕੂਲੇਸ਼ਨ ਕਰਨੀ ਆ, ਉਹਦੇ ਵਿੱਚ ਅਸੀਂ ਕੀ ਆ, ਇੱਕ ਇੰਡੀਵਿਜੂਅਲ ਯੂਨਿਟਸ ਦੇ ਡਿਪੈਂਡ ਕਰਦੇ ਹਾਂ, ਯਾਨੀ ਅਸੀਂ ਇੱਕ ਸਿੰਗਲ ਬੰਦੇ ਤੇ ਡਿਪੈਂਡ ਕਰਦੇ ਹਾਂ। ਹੈਂਸ the complete analysis of the aggregate can be done if individual units are analyzed in detail। ਅਗਰ ਅਸੀਂ ਐਗਰੀਗੇਟ ਐਨਾਲਾਈਜ਼ ਕਰਨਾ ਵਾ, ਅਗਰ ਅਸੀਂ ਪੂਰੇ ਗਰੁੱਪ ਨੂੰ ਕੈਲਕੂਲੇਟ ਕਰਨਾ ਵਾ, ਉਹ ਅਸੀਂ ਪੂਰੇ ਗਰੁੱਪ ਦੀ ਕੈਲਕੂਲੇਸ਼ਨ ਤਾਂ ਕਰ ਸਕਦੇ ਹਾਂ ਅਗਰ ਅਸੀਂ ਇੱਕ ਇੰਡੀਵਿਜੂਅਲ ਯੂਨਿਟਸ ਦੀ, ਅਗਰ ਅਸੀਂ ਇੱਕ ਇੰਡੀਵਿਜੂਅਲ ਪਰਸਨ ਦੀ ਡਿਟੇਲ ਦੇ ਵਿੱਚ ਸਟੱਡੀ ਕੀਤੀ ਹੋਊਗੀ। ਇਕਨੋਮਿਕ ਐਨਾਲਿਸਿਸ ਆਫ ਦਾ ਇੰਡੀਵਿਜੂਅਲ ਯੂਨਿਟਸ ਕੈਨ ਬੀ ਡਨ ਓਨਲੀ ਵਿਦ ਦਾ ਹੈਲਪ ਆਫ ਦਾ ਮਾਈਕਰੋ ਇਕਨੋਮਿਕਸ। In this way, microeconomics helps in the study of the macroeconomics। Next, helpful in the policy formation। ਹੁਣ ਜਿਹੜੀ ਮਾਈਕਰੋ ਇਕਨੋਮਿਕਸ ਆ ਉਹ ਸਾਨੂੰ ਪਾਲਿਸੀਜ਼ ਬਣਾਉਣ ਦੇ ਵਿੱਚ ਵੀ ਹੈਲਪ ਕਰਦੀ ਆ। ਦੇਖੋ, the microeconomics greatly helps government and the administration in the policy formation। ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਡੀ ਸਰਕਾਰ ਦੀ ਤੇ ਸਾਡੇ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਦੀ ਆ ਪਾਲਿਸੀਜ਼ ਨੂੰ ਬਣਾਉਣ ਦੇ ਲਈ, ਯਾਨੀ ਰੂਲਸ ਰੈਗੂਲੇਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ। ਇਕਨੋਮਿਕ ਪ੍ਰੋਬਲਮਸ ਆਫ ਇੰਡੀਵਿਜੂਅਲ ਯੂਨਿਟਸ ਆਰ ਐਨਾਲਾਈਜ਼ਡ ਅੰਡਰ ਇਟ। ਇੱਕ ਇੰਡੀਵਿਜੂਅਲ ਪਰਸਨਸ ਦੀਆਂ ਕੀ ਪ੍ਰੋਬਲਮਸ ਨੇ ਇਹ ਵੀ ਅਸੀਂ ਪਾਲਿਸੀ ਫਾਰਮੇਸ਼ਨ ਦੇ ਵਿੱਚ ਐਨਾਲਾਈਜ਼ਡ ਕਰਦੇ ਹਾਂ। The microeconomics help to analyze these problems and check out a solution to these the problem। ਇਸ ਲਈ ਮਾਈਕਰੋ ਇਕਨੋਮਿਕਸ ਹੈਲਪ ਕਰਦੀ ਆ ਉਹਨਾਂ ਪ੍ਰੋਬਲਮਸ ਨੂੰ ਐਨਾਲਾਈਜ਼ ਕਰਨ ਦੇ ਲਈ, ਯਾਨੀ ਲੱਭਦੀ ਆ, ਤੇ ਉਹਨਾਂ ਪ੍ਰੋਬਲਮਸ ਨੂੰ ਲੱਭ ਕੇ ਉਹਨਾਂ ਦੇ ਪ੍ਰਤੀ ਜਿਹੜੇ ਸੋਲੂਸ਼ਨਸ ਆ ਉਹ ਪ੍ਰੋਵਾਈਡ ਕਰਦੀ ਆ। Hence it is important not only for individual units but for the administration also। ਜ਼ਰੂਰੀ ਨਹੀਂ ਹੈਗਾ ਕਿ ਜਿਹੜੀ ਇਹ ਪ੍ਰੋਬਲਮ ਆ ਉਹ ਸਿਰਫ ਇੰਡੀਵਿਜੂਅਲ ਯੂਨਿਟਸ ਨੂੰ ਹੀ ਪ੍ਰੋਵਾਈਡ ਕੀਤੀ ਜਾਵੇ, ਉਹ ਅਸੀਂ ਸਾਡੇ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਜ਼ਰੂਰੀ ਹੋ ਸਕਦੀ ਆ ਸੋਲੂਸ਼ਨ ਜਿਹੜਾ। ਨੈਕਸਟ ਪੁਆਇੰਟ ਆਉਂਦਾ ਵਾ ਹੈਲਪਫੁਲ ਟੂ ਦਾ ਅਦਰ ਬ੍ਰਾਂਚਿਸ ਆਫ ਇਕਨੋਮਿਕਸ। ਇਕਨੋਮਿਕਸ ਦੀਆਂ ਸਿਰਫ ਮਾਈਕਰੋ ਤੇ ਮੈਕਰੋ ਤੋਂ ਇਲਾਵਾ ਹੋਰ ਵੀ ਬ੍ਰਾਂਚਿਸ ਨੇ। The microeconomics is also useful for the other branches of economics। It also helps in the analysis of the various law and the theory of the other branches of economics like public finance and the international economics। For example, microeconomics help to ascertain the fact who will bear the burden of the tax। ਠੀਕ ਆ, ਔਰ ਜਿਵੇਂ ਮਾਈਕਰੋ ਇਕਨੋਮਿਕਸ ਆ ਉਹਨੇ ਇਹ ਕੈਲਕੂਲੇਟ ਕੀਤਾ ਵਾ ਕਿ ਜਿਹੜਾ ਟੈਕਸ ਦਾ ਬਰਡਨ ਆ ਉਹ ਸਭ ਤੋਂ ਜ਼ਿਆਦਾ ਕੌਣ ਬੀਅਰ ਕਰਦਾ ਵਾ, ਵੈਦਰ ਦਾ ਪ੍ਰੋਡਿਊਸਰ ਔਰ ਦਾ ਕੰਜ਼ਿਊਮਰ। ਠੀਕ ਆ, ਵੀ ਉਹ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਵਾ ਉਹ ਪ੍ਰੋਡਿਊਸਰ ਬੀਅਰ ਕਰਦਾ ਵਾ ਕਿ ਕੰਜ਼ਿਊਮਰ ਬੀਅਰ ਕਰਦਾ ਵਾ। Likewise, in the international economics, the foreign exchange rate is determined with the help of the forces of demand and the supply, both of which are part of the microeconomics। Next are helpful in the resources allocations। Resources available with the mankinds are limited, whereas the want of mankinds are unlimited। ਹੁਣ ਸਾਨੂੰ ਇਹ ਤਾਂ ਪਤਾ ਵਾ ਕਿ ਜਿਹੜੀਆਂ ਮਨੁੱਖ ਨੇ, ਮਨੁੱਖ ਦੀਆਂ ਜ਼ਰੂਰਤਾਂ ਤਾਂ ਬਹੁਤ ਜ਼ਿਆਦਾ ਨੇ, ਪਰ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਜਿਹੜੇ ਤੱਤ ਨੇ, ਰਿਸੋਰਸਿਸ ਨਾ, ਉਹ ਕੀ ਨੇ, ਘੱਟ ਨੇ। ਹੈਂਸ the emergence the problem of the scarcity of the resources and the problem of the choice, which means how should the resources be allocated among the different uses। ਇਸ ਲਈ ਸਾਡੇ ਕੋਲ ਪ੍ਰੋਬਲਮਸ ਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਬਟ ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਸਤੇ ਜਿਹੜੇ ਸਾਡੇ ਕੋਲ ਸੋਲਿਊਸ਼ਨਸ ਨੇ, ਜਿਹੜੀਆਂ ਠੀਕ ਆ ਰਿਸੋਰਸਿਸ ਨੇ, ਉਹ ਕੀ ਆ ਸਾਡੇ ਕੋਲ ਘੱਟ ਹੁੰਦੇ ਨੇ। ਇਸ ਲਈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਨੂੰ ਅਸੀਂ ਯੂਜ਼ ਕਰਕੇ ਆਪਣੀ ਪ੍ਰੋਬਲਮਸ ਨੂੰ ਖਤਮ ਕਰੀਏ। ਦਾ ਮਾਈਕਰੋ ਇਕਨੋਮਿਕਸ ਹੈਲਪਸ ਇਨ ਦਿਸ ਰਿਗਾਰਡ। ਇਸ ਲਈ ਜਿਹੜੀ ਮਾਈਕਰੋ ਇਕਨੋਮਿਕਸ ਆ ਸਾਡੀ ਹੈਲਪ ਕਰਦੀ ਆ ਪ੍ਰੋਬਲਮਸ ਨੂੰ ਘੱਟ ਕਰਨ ਦੇ ਲਈ। This is known as allocating efficiency in the microeconomics, which provide the maximum possibility satisfaction for the limited resources available। ਇਸ ਲਈ ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਨੂੰ ਹੈਲਪ ਪ੍ਰੋਵਾਈਡ ਕਰਦੀ ਆ
ਕਿ ਜਿਹੜੇ ਸਾਡੇ ਕੋਲ ਲਿਮਟਿਡ ਰਿਸੋਰਸਿਸ ਨੇ ਉਹਨਾਂ ਲਿਮਟਿਡ ਰਿਸੋਰਸਿਸ ਨੂੰ ਯੂਜ਼ ਕਰਕੇ ਅਸੀਂ ਕਿਵੇਂ ਆਪਣੇ ਆਪ ਨੂੰ ਸੈਟੀਸਫਾਈ ਕਰ ਸਕਦੇ ਹਾਂ। ਦਿਸ ਆਲਸੋ ਹੈਲਪ ਇਨ ਦਾ ਪ੍ਰਮੋਸ਼ਨ ਆਫ ਦਾ ਹਿਊਮਨ ਵੈਲਫੇਅਰ। ਇਸ ਤਰ੍ਹਾਂ ਨਾਲ ਜਿਹੜੇ ਸਾਡੇ ਹਿਊਮਨ ਵੈਲਫੇਅਰਸ ਨੇ, ਠੀਕ ਆ, ਯਾਨੀ ਸਾਡੇ ਜਿਹੜੇ ਮਨੁੱਖ ਆ ਉਹਨਾਂ ਦਾ ਕਲਿਆਣ ਹੁੰਦਾ ਵਾ। ਨੈਕਸਟ ਆ ਹੈਲਪਫੁਲ ਟੂ ਪ੍ਰੋਡਿਊਸਰ ਐਂਡ ਦਾ ਕੰਜ਼ਿਊਮਰ। ਹੁਣ ਜਿਹੜੀ ਮਾਈਕਰੋ ਇਕਨੋਮਿਕਸ ਆ ਉਹ ਸਾਡੇ ਪ੍ਰੋਡਿਊਸਰ ਤੇ ਕੰਜ਼ਿਊਮਰ ਦੋਨਾਂ ਦੇ ਲਈ ਹੈਲਪਫੁਲ ਆ। ਦਾ ਮੇਨ ਆਬਜੈਕਟ ਆਫ ਦਾ producer is to earn the maximum profit, whereas the main object of the consumer is to get the maximum satisfaction। ਹੁਣ ਜਿਹੜੇ ਪ੍ਰੋਡਿਊਸਰ ਨੇ ਗੁੱਡਸ ਨੂੰ ਪ੍ਰੋਡਿਊਸ ਕਰਦੇ ਆ ਉਹਨਾਂ ਦਾ ਮੇਨ ਆਬਜੈਕਟ ਕੀ ਹੁੰਦਾ ਕਿ ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ, ਯਾਨੀ ਲਾਭ ਕਮਾਉਣਾ, ਵੀ ਜਿੰਨਾ ਪੈਸਾ ਅਸੀਂ ਲਾਇਆ ਵਾ ਉਹਦੇ ਤੋਂ ਵੱਧ ਸਾਨੂੰ ਲਾਭ ਹੋ ਜਾਵੇ। ਤੇ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਦਾ ਮੇਨ ਆਬਜੈਕਟ ਕੀ ਹੁੰਦਾ ਵਾ ਕਿ ਜਿਹੜੀਆਂ ਗੁੱਡਸ ਉਹਨਾਂ ਨੇ ਖਰੀਦੀਆਂ ਨੇ ਪੈਸੇ ਲਗਾ ਕੇ, ਉਹਨਾਂ ਗੁੱਡਸ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਸੈਟਿਸਫੈਕਸ਼ਨ ਮਿਲ ਸਕੇ। ਮਾਈਕਰੋ ਇਕਨੋਮਿਕਸ ਗ੍ਰੇਟਲੀ ਹੈਲਪਸ ਇਨ ਅਚੀਵਿੰਗ ਥੀਸ ਆਬਜੈਕਟਿਵਸ ਆਫ ਪ੍ਰੋਡਿਊਸਰ ਐਂਡ ਦਾ ਕੰਜ਼ਿਊਮਰ। ਇਸ ਲਈ ਮਾਈਕਰੋ ਇਕਨੋਮਿਕਸ ਆ ਇਹ ਹੈਲਪ ਕਰਦੀ ਆ ਦੋਨਾਂ ਨੂੰ, ਪ੍ਰੋਡਿਊਸਰ ਤੇ ਕੰਜ਼ਿਊਮਰ ਨੂੰ, ਕਿ ਜਿਹੜੇ ਉਹਨਾਂ ਨੇ ਆਪਣੇ ਆਬਜੈਕਟ ਰੱਖੇ ਹੁੰਦੇ ਨੇ, ਯਾਨੀ ਉਦੇਸ਼ ਮਿੱਥੇ ਹੁੰਦੇ ਨੇ, ਉਹਨਾਂ ਉਦੇਸ਼ਾਂ ਨੂੰ ਉਹ ਪੂਰਾ ਕਰ ਸਕਣ। all the laws and the theories which help the producer and the consumer to achieve their goals and studies and explained in microeconomics। ਇਸ ਲਈ ਜਿਹੜੇ ਮਾਈਕਰੋ ਇਕਨੋਮਿਕਸ ਵੱਲੋਂ ਲਾਅ ਤੇ ਥਿਊਰੀਜ਼ ਬਣਾਈਆਂ ਹੋਈਆਂ ਨੇ ਉਹ ਲਾਅ ਤੇ ਥਿਊਰੀਜ਼ ਹੈਲਪ ਕਰਦੀਆਂ ਨੇ ਪ੍ਰੋਡਿਊਸਰ ਤੇ ਕੰਜ਼ਿਊਮਰਸ ਨੂੰ ਉਹਨਾਂ ਦੇ ਗੋਲਸ ਨੂੰ ਅਚੀਵ ਕਰਨ ਦੇ ਲਈ। ਨੈਕਸਟ ਆ ਨੌਲੇਜ ਅਬਾਊਟ ਦਾ ਮਾਰਕੀਟ ਸਟਰਕਚਰ। On the basis of the number of the buyers and the seller in the economy, market is classified in the various form। ਮਾਰਕੀਟ ਦੇ ਵਿੱਚ ਬਹੁਤ ਸਾਰੇ ਖਰੀਦਦਾਰ ਤੇ ਵੇਚਦਾਰ ਹੁੰਦੇ ਨੇ, ਚੀਜ਼ਾਂ ਨੂੰ ਖਰੀਦਣ ਵਾਲੇ ਤੇ ਵੇਚਣ ਵਾਲੇ ਹੁੰਦੇ ਨੇ। ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਜਿਹੜੀ ਮਾਰਕੀਟ ਆ ਉਹਨੂੰ ਕਲਾਸੀਫਾਈਡ ਕਰਦੇ ਆ, ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡਦੇ ਆ। ਮਾਈਕਰੋ ਇਕਨੋਮਿਕਸ ਪ੍ਰੋਵਾਈਡ ਦਾ ਨੌਲੇਜ ਅਬਾਊਟ ਆਲ ਥੀਸ ਮਾਰਕੀਟ ਫਾਰਮ। ਇਸ ਲਈ ਮਾਈਕਰੋ ਇਕਨੋਮਿਕਸ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੀ ਮਾਰਕੀਟ ਹੁੰਦੀਆਂ ਨੇ ਉਹਨਾਂ ਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਆ। The study of the determination of the price and output under the various market form is also done in the microeconomics। Microeconomics ਨਾਲ ਅਸੀਂ ਪ੍ਰਾਈਸ ਜਿਹੜੀ ਵੀ ਗੁੱਡਸ ਨੂੰ ਅਸੀਂ ਪ੍ਰੋਡਿਊਸ ਕਰਨਾ ਵਾ ਉਹਦਾ ਪ੍ਰਾਈਸ ਡਿਟਰਮਾਈਨ ਕਰ ਸਕਦੇ ਹਾਂ, ਕਿੰਨੀ ਅਸੀਂ ਆਊਟਪੁੱਟ ਕਰ ਰਹੇ ਹਾਂ ਯਾਨੀ ਕਿੰਨੀ ਅਸੀਂ ਸੇਲ ਕਰ ਰਹੇ ਹਾਂ ਉਹਨੂੰ ਅਸੀਂ ਡਿਟਰਮਾਈਨ ਕਰ ਸਕਦੇ ਹਾਂ। Hence the microeconomics also provide the knowledge about the market structure and help to analysis it। ਇਸ ਲਈ ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਸਾਡੀ ਹੈਲਪ ਕਰਦੀ ਆ ਮਾਰਕੀਟ ਸਟਰਕਚਰ ਹੁੰਦਾ ਵਾ ਢਾਂਚਾ, ਯਾਨੀ ਮਾਰਕੀਟ ਦਾ ਢਾਂਚਾ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਪਲੱਸ ਮਾਰਕੀਟ ਨੂੰ ਐਨਾਲਾਈਜ਼ ਕਰਨ ਦੇ ਵਿੱਚ ਹੈਲਪ ਕਰਦੀ ਆ ਕਿ ਅਸੀਂ ਆਪਣਾ ਜਿਹੜਾ ਪ੍ਰੋਡਕਟ ਆ ਕਿ ਕਿਹੜੀ ਮਾਰਕੀਟ 'ਚ ਜਾ ਕੇ ਸੇਲ ਕਰੀਏ ਤਾਂ ਜੋ ਉੱਥੇ ਵੱਧ ਤੋਂ ਵੱਧ ਸਾਨੂੰ ਲਾਭ ਪ੍ਰਾਪਤ ਹੋਵੇ। ਐਂਡ ਲਾਸਟ ਇਜ਼ ਹੈਲਪਫੁਲ ਟੂ ਬਿਜ਼ਨਸ ਮੈਨੇਜਰ। Every business manager has to make the important economic decision concerning his business। ਹਰ ਇੱਕ ਬਿਜ਼ਨਸਮੈਨ ਜਿਹੜਾ ਵੀ ਬਿਜ਼ਨਸਮੈਨ ਹੁੰਦਾ ਵਾ, ਮੈਨੇਜਰ ਹੁੰਦਾ ਵਾ, ਉਹ ਆਪਣੇ ਜਿਹੜੇ ਬਿਜ਼ਨਸ ਦੇ ਰਿਗਾਰਡਿੰਗ ਉਹਨੇ ਜਿੰਨੇ ਵੀ ਡਿਸੀਜ਼ਨ ਲੈਣੇ ਹੁੰਦੇ ਨੇ ਸਾਰੇ ਡਿਸੀਜ਼ਨ ਉਹਦੇ ਲਈ ਬਹੁਤ ਇੰਪੋਰਟੈਂਟ ਹੁੰਦੇ ਨੇ। ਉਹਨੇ ਡਿਸੀਜ਼ਨ ਇਸ ਤਰੀਕੇ ਨਾਲ ਲੈਣੇ ਆ ਕਿ ਉਹਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇ। ਮਾਈਕਰੋ ਇਕਨੋਮਿਕਸ ਹੈਲਪ ਦਾ ਬਿਜ਼ਨਸ ਮੈਨੇਜਰ ਇਨ ਮੇਕਿੰਗ ਆਲ ਦਾ ਸੱਚ ਡਿਸੀਜ਼ਨਸ। ਇਸ ਲਈ ਮਾਈਕਰੋ ਇਕਨੋਮਿਕਸ ਹੈਲਪ ਕਰਦੀ ਆ ਉਸ ਮੈਨੇਜਰ ਦੀ ਉਹਨੂੰ ਆਪਣੇ ਬਿਜ਼ਨਸ ਦੇ ਹਰ ਇੱਕ ਡਿਸੀਜ਼ਨ ਲੈਣ ਦੇ ਵਿੱਚ। ਹੈਂਸ ਆ ਮਾਈਕਰੋ ਇਕਨੋਮਿਕਸ ਯੂਜ਼ਫੁਲ ਫॉर ਅ ਬਿਜ਼ਨਸ ਮੈਨੇਜਰ ਆਲਸੋ। ਇਸ ਲਈ ਮਾਈਕਰੋ ਇਕਨੋਮਿਕਸ ਹੈਲਪਫੁਲ का ਇੱਕ ਯਾਨੀ ਯੂਜ਼ਫੁਲ ਆ ਇੱਕ ਬਿਜ਼ਨਸ ਮੈਨੇਜਰ ਦੇ ਲਈ, ਕਿਉਂਕਿ ਮਾਈਕਰੋ ਇਕਨੋਮਿਕਸ ਦੀ ਹੈਲਪ ਦੇ ਨਾਲ ਅਸੀਂ ਹਰ ਇੱਕ ਚੀਜ਼ ਦੀ ਈਜ਼ੀਲੀ ਸਟੱਡੀ ਕਰ ਸਕਦੇ ਹਾਂ। ਪ੍ਰੋਡਿਊਸਰ ਦੀ ਸਟੱਡੀ ਕਰ ਸਕਦੇ ਹਾਂ, ਕੰਜ਼ਿਊਮਰ ਦੀ ਸਟੱਡੀ ਕਰ ਸਕਦੇ ਹਾਂ, ਅਸੀਂ ਯੂਨਿਟਸ ਦੀ ਸਟੱਡੀ ਕਰ ਸਕਦੇ ਹਾਂ, ਪ੍ਰਾਈਸ ਦੀ ਸਟੱਡੀ ਕਰ ਸਕਦੇ ਹਾਂ। ਇਸ ਲਈ ਮਾਈਕਰੋ ਇਕਨੋਮਿਕਸ ਇੱਕ ਬਿਜ਼ਨਸ ਮੈਨੇਜਰ ਨੂੰ ਜਿਹੜਾ ਡਿਸੀਜ਼ਨ ਲੈਣ ਦੇ ਵਿੱਚ ਹੈਲਪ ਕਰਦੀ ਹੈ। ਇਹ ਲਾਸਟ ਇਜ਼ ਕਨਕਲੂਜਨ। ਹੁਣ ਜਿਹੜੇ ਆਪਾਂ ਸਾਰਾ ਇੰਪੋਰਟੈਂਸ ਪੜ੍ਹੇ ਨੇ ਉਹਦਾ ਲਾਸਟ ਸਿੱਟਾ ਕੀ ਨਿਕਲਿਆ ਵਾ। From the above analysis, it become clear that the microeconomics is highly useful in the study and solving the problem of individual economic units। ਉੱਪਰ ਜਿੰਨੇ ਵੀ ਆਪਾਂ ਪੁਆਇੰਟਸ ਪੜ੍ਹੇ ਨੇ ਉਹਨਾਂ ਤੋਂ ਐਨਾਲਾਈਜ਼ ਕੀਤਾ ਵਾ, ਯਾਨੀ ਉਹਨਾਂ ਤੋਂ ਸਟੱਡੀ ਕੀਤੀ ਆ। ਇਹ ਸਾਨੂੰ ਗੱਲ ਕਲੀਅਰ ਹੋਈ ਆ ਕਿ ਮਾਈਕਰੋ ਇਕਨੋਮਿਕਸ ਆ ਉਹ ਜਿੰਨੀਆਂ ਵੀ ਪ੍ਰੋਬਲਮਸ ਆਉਂਦੀਆਂ ਨੇ ਇੱਕ ਇੰਡੀਵਿਜੂਅਲ ਯੂਨਿਟਸ ਦੀਆਂ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਵਿੱਚ ਹੈਲਪ ਕਰਦਾ ਵਾ। ਇਟ ਇਜ਼ ਹਾਈਲੀ ਯੂਜ਼ਫੁਲ ਫॉर ਦਾ ਪ੍ਰੋਡਿਊਸਰ, ਕੰਜ਼ਿਊਮਰ, ਬਿਜ਼ਨਸ ਮੈਨੇਜਰ ਐਂਡ ਈਵਨ ਦਾ ਗੌਰਮੈਂਟ ਐਂਡ ਇਟਸ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ। ਠੀਕ ਆ, ਇਸ ਲਈ ਜਿਹੜੀ ਮਾਈਕਰੋ ਇਕਨੋਮਿਕਸ ਆ ਉਹ ਬਹੁਤ ਜ਼ਿਆਦਾ ਯੂਜ਼ਫੁਲ ਆ ਇੱਕ ਪ੍ਰੋਡਿਊਸਰ ਦੇ ਲਈ ਜੋ ਗੁੱਡਸ ਬਣਾਉਂਦਾ ਵਾ, ਕੰਜ਼ਿਊਮਰ ਲਈ, ਗਾਹਕਾਂ ਦੇ ਲਈ, ਬਿਜ਼ਨਸ ਮੈਨੇਜਰ ਦੇ ਲਈ, ਈਵਨ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਲਈ ਵੀ ਜਿਹੜੀ ਮਾਈਕਰੋ ਇਕਨੋਮਿਕਸ ਆ ਉਹ ਬਹੁਤ ਜ਼ਿਆਦਾ ਹੈਲਪਫੁਲ ਆ।
The microeconomics also play an important role in the study of other branches. Microeconomics ਆ ਇਹਦੇ ਤੋਂ ਇਲਾਵਾ ਜਿਹੜੀਆਂ ਦੀਆਂ ਹੋਰ ਵੀ ਬ੍ਰਾਂਚਿਸ ਨੇ ਇਕਨੋਮਿਕਸ ਦੀਆਂ, ਬਾਕੀ ਜਿੰਨੀਆਂ ਵੀ ਬ੍ਰਾਂਚਿਸ ਨੇ ਉਹਨਾਂ ਬ੍ਰਾਂਚਿਸ ਨੂੰ ਵੀ ਹੈਲਪ ਪ੍ਰੋਵਾਈਡ ਕਰਦਾ ਵਾ study of the other branches of the economics like macroeconomics, public finance, international economics, etc. ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਇਕਨੋਮਿਕਸ ਦੀਆਂ ਮੈਕਰੋ ਇਕਨੋਮਿਕਸ, ਪਬਲਿਕ ਫਾਈਨਾਂਸ ਤੇ ਇੰਟਰਨੈਸ਼ਨਲ ਇਕਨੋਮਿਕਸ, ਇਹ ਤਿੰਨ ਬ੍ਰਾਂਚਿਸ ਨੇ। ਇਹਨਾਂ ਤਿੰਨਾਂ ਬ੍ਰਾਂਚਿਸ ਦੀ ਵੀ ਜਿਹੜੀ ਮਾਈਕਰੋ ਇਕਨੋਮਿਕਸ ਆ ਹੈਲਪ ਕਰਦੀ ਹੈ।